ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ। ਜਿਉ ਛੁਟਿਓ ਜਬ ਦੇਹ ਤੇ, ਡਾਰ ਅਗਨ ਮਹਿ ਦੀਨਾ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਜਿਹੜਾ ਤਨ, ਜਿਹੜਾ ਸਰੀਰ ਤੁਹਾਨੂੰ ਸੰਗ ਲੱਗ ਰਿਹਾ ਹੈ, ਉਹ ਵੀ ਸੰਗ ਨਹੀਂ ਹੈ, ਹੋ ਨਹੀਂ ਸਕਦਾ। ਫਿਰ ਸਰੀਰ ਦੇ ਸੰਗ ਦੁਆਰਾ ਜੋ ਬਾਹਰ ਸੰਗ ਤੁਸੀਂ ਕਰ ਲੈਂਦੇ ਹੋ, ਬਾਹਰ ਸੰਗ ਬਣਾ ਲੈਂਦੇ ਹੋ, ਬਾਹਰ ਸਾਥ ਬਣਾ ਲੈਂਦੇ ਹੋ, ਉਹ ਸਾਥ ਕਿਵੇਂ ਸਾਥ ਹੋਵੇਗਾ, ਉਹ ਕਿਵੇਂ ਸੰਗ ਹੋਵੇਗਾ। ਸਰੀਰ ਜਿਹੜਾ ਇੰਨਾ ਨੇੜੇ ਹੈ, ਉਹ ਵੀ ਸੰਗ ਨਹੀਂ ਹੈ, ਤੇ ਸਰੀਰ ਦੁਆਰਾ ਜਿਹੜੇ ਬਾਹਰ ਸੰਬੰਧ ਹਨ, ਉਹ ਤੇ ਦੂਰ ਹਨ। ਤੇ ਪਹਿਲਾਂ ਜਿਹੜੇ ਦੂਰ ਹਨ ਸੰਬੰਧ, ਜਿਹੜਾ ਸੰਗ ਦੂਰ ਹੈ, ਉਹ ਸੰਗ ਤੂੰ ਅਸੰਗ ਹੋਣਾ ਹੈ। ਤੇ ਉਸ ਸੰਗ ਤੋਂ ਅਸੰਗ ਹੋਣ ਵਾਸਤੇ ਹੀ ਨਿਰਲੇਪ ਹੋਣਾ ਕਿਹਾ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੀ ਉਦਾਸ। ਉਦਾਸ ਹੋਣਾ ਹੈ, ਉਦਾਸੀਨ ਹੋਣਾ ਹੈ। ਇੱਕ ਤੇ ਹੈ ਜਿਵੇਂ ਬਾਬਾ ਸ੍ਰੀ ਚੰਦ ਜੀ ਹੋਏ ਸਨ, ਸੰਸਾਰ ਛੱਡ ਕੇ, ਪਰਿਵਾਰ ਛੱਡ ਕੇ ਚਲੇ ਗਏ, ਉਦਾਸੀਨ ਹੋ ਗਏ, ਆਪਣੇ ਅੰਦਰ ਆਸੀਨ ਹੋ ਗਏ, ਬਾਹਰੋਂ ਤਿਆਗ ਦਿੱਤਾ। ਦੂਸਰਾ ਹੈ ਕਬੀਰ ਜੀ, ਉਦਾਸੀਨ ਹੋਏ। ਉਦਾਸੀਨ ਦਾ ਅਰਥ ਹੈ ਆਪਣੇ ਅੰਦਰ ਆਸੀਨ ਹੋ ਗਏ, ਬਾਹਰੋਂ ਤਿਆਗ ਦਿੱਤਾ ਸਭ ਕੁਛ। ਨਿਰਲੇਪ ਹੋ ਗਏ ਕਹਿ ਸਕਦੇ ਸੰਸਾਰ ਨਾਲੋਂ, ਬਿਲਕੁਲ। ਤੇ ਪਹਿਲਾਂ ਸੰਸਾਰ ਨਾਲੋਂ ਨਿਰਲੇਪ ਹੋਣਾ ਹੈ। ਸੰਸਾਰ ਨਾਲੋਂ ਅਸੰਗ ਹੋਣਾ ਹੈ। ਫਿਰ ਸਰੀਰ ਨਾਲੋਂ ਅਸੰਗ ਹੋਣਾ ਹੈ। ਫਿਰ ਮਨ ਨਾਲੋਂ ਅਸੰਗ ਹੋ ਸਕਦੇ ਹੋ ਤੁਸੀਂ। ਪਰ ਸੰਸਾਰ ਨਾਲੋਂ ਅਸੰਗ ਹੋਣਾ, ਸੰਸਾਰ ਨੂੰ ਛੱਡ ਕੇ ਸਿਖਾਲਾ ਹੈ। ਬਹੁਤ ਸਾਧੂ ਮਹਾਤਮਾ, ਜਗਿਆਸੂ ਸਾਧਕ ਸੰਸਾਰ ਨੂੰ ਛੱਡ ਕੇ ਅਸੰਗ ਹੋ ਗਏ ਸਨ। ਅਜੋਕੇ ਸਮੇਂ 'ਚ ਵੀ ਹੈ ਨਾ, ਜਿਨ੍ਹਾਂ ਨੇ ਘਰ-ਬਾਰ ਛੱਡਿਆ ਹੋਇਆ ਹੈ, ਛੱਡ ਕੇ ਚਲੇ ਜਾਂਦੇ ਹਨ, ਪਰ ਉਹ ਸਰੀਰ ਨਾਲ ਜ਼ਿਆਦਾ ਜੁੜ ਜਾਂਦੇ ਹਨ। ਫਿਰ ਸਰੀਰ ਵੱਲ ਹੀ ਜ਼ਿਆਦਾ ਧਿਆਨ ਰਹਿ ਜਾਂਦਾ ਹੈ, ਕਿਉਂਕਿ ਬਾਹਰ ਹੁਣ ਪਰਿਵਾਰ ਵੱਲ ਤੇ ਧਿਆਨ ਨਹੀਂ ਰਹਿ ਗਿਆ, ਕਾਰੋਬਾਰ ਵੱਲ ਧਿਆਨ ਨਹੀਂ ਰਹਿ ਗਿਆ, ਪਰਿਵਾਰ ਤੋਂ ਤਿਆਗ ਹੋ ਗਿਆ, ਸੰਸਾਰ ਤੋਂ ਤਿਆਗ ਹੋ ਗਿਆ, ਪਰ ਸਰੀਰ ਵੱਲ ਧਿਆਨ ਜ਼ਿਆਦਾ ਹੋ ਜਾਂਦਾ ਹੈ। ਤੇ ਜ਼ਿਆਦਾਤਰ ਸਾਧੂ ਮਹਾਤਮਾ, ਸਾਧਕ ਜਿਹੜੇ ਹਨ, ਉਹ ਸਰੀਰ ਨਾਲ ਜ਼ਿਆਦਾ ਜੁੜ ਜਾਂਦੇ ਹਨ, ਜ਼ਿਆਦਾ ਮੋਹ ਪਾ ਲੈਂਦੇ ਹਨ। ਸਰੀਰ ਦੀ ਸੁੱਖ ਸੁਵਿਧਾ ਵਾਸਤੇ ਹੀ ਫਿਰ ਉਹ ਸੋਚਣ ਲੱਗ ਜਾਂਦੇ ਹਨ। ਤੁਸੀਂ ਦੇਖਿਆ ਹੀ ਹੈ, ਅਜੋਕੇ ਸਮੇਂ 'ਚ ਵੀ ਦੇਖ ਰਹੇ ਹੋ ਤੁਸੀਂ, ਜਿਨ੍ਹਾਂ ਨੇ ਘਰ-ਬਾਰ ਛੱਡੇ ਹਨ, ਪਰਿਵਾਰ ਛੱਡੇ ਹਨ, ਉਹ ਬਹੁਤ ਹੀ ਸੁੰਦਰ ਰਿਹਾਇਸ਼ ਬਣਾਉਂਦੇ ਹਨ ਆਪਣੇ ਵਾਸਤੇ।
ਉਹਨੂੰ ਕੁਟੀਆ ਕਹਿ ਦਿੰਦੇ ਹਨ, ਉਹਨੂੰ ਆਸ਼ਰਮ ਕਹਿ ਦਿੰਦੇ ਹਨ, ਉਹਨੂੰ ਠਾਠ ਕਹਿੰਦੇ ਹਨ। ਠਾਠ ਦੇ ਨਾਲ ਰਹਿਣਾ। ਤੁਸੀਂ ਵੀ ਅਗਰ ਗੌਰ ਦੇ ਨਾਲ ਦੇਖੋਗੇ ਨਾ, ਗ੍ਰਸਤੀਆਂ ਕੋ ਵੀ ਇੰਨੇ ਸੁੱਖ ਦੇ ਸਾਧਨ ਨਹੀਂ ਹਨ, ਸਰੀਰਿਕ ਸੁੱਖ ਸੁਵਿਧਾ ਨਹੀਂ ਹੈ ਜਿੰਨੀ ਅਜੋਕੇ ਸਮੇਂ 'ਚ ਸਾਧੂ ਸੁੱਖ ਸੁਵਿਧਾ ਦੇ ਵਿੱਚ ਰਹਿ ਰਹੇ ਹਨ। ਸਰੀਰਿਕ ਤੇ ਹਰ ਇੱਕ ਸੁੱਖ ਸੁਵਿਧਾ ਉਹਨਾਂ ਕੋਲ ਮੌਜੂਦ ਹੈ। ਉਹ ਸਰੀਰ ਵਾਸਤੇ ਹੀ ਸੋਚ ਰਹੇ ਹਨ, ਆਪਣੇ ਵਾਸਤੇ ਹੀ ਸੋਚ ਰਹੇ ਹਨ। ਪਰ ਜਿੱਥੇ ਵੀ ਸੁੱਖ ਸੁਵਿਧਾ ਉਹਨਾਂ ਨੂੰ ਚੰਗੀ ਲੱਗਦੀ ਹੈ, ਉੱਥੇ ਹੀ ਉਹ ਸੁੱਖ ਸੁਵਿਧਾ ਦੇ ਸਾਰੇ ਸਾਧਨ ਜਟਾ ਲੈਂਦੇ ਹਨ। ਤੇ 99% ਜ਼ਿਆਦਾਤਰ ਸਾਧੂ ਮਹਾਤਮਾ ਸਾਧਕ ਇਸ ਸੁੱਖ ਸੁਵਿਧਾ ਦੇ ਵਿੱਚ ਫਸ ਜਾਂਦੇ ਹਨ। ਸਰੀਰ ਦੇ ਨਾਲ ਜ਼ਿਆਦਾ ਮੋਹ ਹੋ ਜਾਂਦਾ ਹੈ ਤੇ ਸਰੀਰਕ ਸੁੱਖ ਸੁਵਿਧਾ ਹੀ ਜਟਾਉਣ ਲੱਗ ਜਾਂਦੇ ਹਨ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਸਰੀਰ ਤੇ ਚਿੱਤ ਅਟਕ ਗਿਆ ਤੋ ਸਰੀਰ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਨ। ਤੁਸੀਂ ਵੀ ਦੇਖਿਓ ਉਹਨਾਂ ਨਾਲ ਗੱਲ ਕਰਕੇ, ਤੇ ਉਹ ਸਰੀਰ ਨੂੰ ਸਵਸਥ ਰੱਖਣ ਵਾਸਤੇ ਬਹੁਤ ਕੁਛ ਤੁਹਾਨੂੰ ਦੱਸਣਗੇ। ਆਹ ਖਾਓ, ਆਹ ਨਾ ਖਾਓ, ਇੱਦਾਂ ਯੋਗਾ ਕਰੋ, ਇੱਦਾਂ ਸਰੀਰ ਨੂੰ ਸਵਸਥ ਰੱਖੋ। ਤੇ ਸਰੀਰ ਨੂੰ ਸਵਸਥ ਰੱਖਣ ਦੇ ਵਿੱਚ ਉਹ ਬੜੇ ਮਾਹਰ ਹੋ ਜਾਂਦੇ ਹਨ। ਐਸੇ ਹੀ ਸਾਧੂ ਦੇਖੇ ਹਨ। ਹੋਰ ਤੇ ਕੋਈ ਕੰਮ ਹੈ ਨਹੀਂ। ਕੀ ਖਾਣਾ ਹੈ, ਕੀ ਨਹੀਂ ਖਾਣਾ, ਕਿੰਨਾ ਖਾਣਾ ਹੈ, ਕਿੰਨਾ ਨਹੀਂ ਖਾਣਾ, ਸਾਰੀ ਦਿਹਾੜੀ ਧਿਆਨ ਉਹਨਾਂ ਦਾ ਸਰੀਰ 'ਤੇ ਹੀ ਰਹਿੰਦਾ। ਤੇ ਜਿਹੜਾ ਸਰੀਰ ਦੇ ਨਾਲ ਜੁੜ ਗਿਆ ਉਹ ਜ਼ਿਆਦਾ ਬੰਧ ਗਿਆ। ਸੰਸਾਰ ਨਾਲੋਂ ਤੇ ਛੁੱਟ ਗਿਆ, ਬਾਹਰ ਨਾਲੋਂ ਛੁੱਟ ਗਿਆ, ਪਰ ਸਰੀਰ ਨਾਲ ਬੰਧ ਗਿਆ। ਤੇ ਪਹਿਲਾਂ ਤੇ ਸੰਸਾਰ ਨਾਲੋਂ ਛੁੱਟਣਾ ਔਖਾ ਹੈ, ਸੰਸਾਰ ਨਾਲੋਂ ਧਿਆਨ ਹਟਾਉਣਾ ਔਖਾ ਹੈ। ਜਿਹੜੇ ਬਾਹਰ ਸੰਗੀ ਸਾਥੀ ਹਨ ਉਹਨਾਂ ਨਾਲੋਂ ਅਸੰਗ ਹੋਣਾ ਔਖਾ ਹੈ, ਪਰ ਕੋਈ ਕੋਈ ਹੋ ਰਿਹਾ ਹੈ। ਇੱਕ ਗੁਰਮੁਖ ਪਿਆਰਾ ਵੀ ਕਹਿੰਦਾ ਸੀ ਮੈਨੂੰ ਭਈ ਮੇਰਾ ਹੁਣ ਬਹੁਤਾ ਧਿਆਨ ਪਰਿਵਾਰਕ ਗੱਲਾਂ ਵੱਲ ਨਹੀਂ ਲੱਗਦਾ, ਬਹੁਤੀ ਰੁਚੀ ਨਹੀਂ ਰਹਿ ਗਈ ਹੈ, ਤੇ ਬਹੁਤਾ ਪ੍ਰਭਾਵ ਨਹੀਂ ਪੈਂਦਾ ਹੈ ਸੰਸਾਰ ਦਾ, ਪਰਿਵਾਰ ਦਾ। ਇਹ ਤੇ ਠੀਕ ਹੈ, ਪਰ ਇਸ ਤੋਂ ਅੱਗੇ ਸਰੀਰ ਹੈ। ਸਰੀਰ ਤੁਹਾਡੇ ਬਹੁਤ ਨੇੜੇ ਹੈ। ਸਰੀਰ ਨੂੰ ਤੁਸੀਂ ਆਪਣਾ ਆਪ ਸਮਝਦੇ ਹੋ। ਫਿਰ ਦੂਸਰੀ ਗੱਲ ਇੱਕ ਹੋਰ ਵੀ ਖਿਆਲ ਵਿੱਚ ਰੱਖਣ ਯੋਗ ਹੈ। ਜੋ ਅਜੋਕੇ ਸਮੇਂ ਦੇ ਵਿੱਚ ਧਾਰਮਿਕ ਲੋਕ ਸਾਧਨਾ ਵੀ ਦੱਸਦੇ ਹਨ, ਉਹ ਵੀ ਸਰੀਰ ਤੱਕ ਹੀ ਸੀਮਤ ਹੈ। ਜਿੰਨਾ ਵੀ ਮੈਡੀਟੇਸ਼ਨ ਹੈ, ਧਿਆਨ ਹੈ, ਸਿਮਰਨ ਜਪ ਤਪ ਹੈ, ਉਹ ਸਾਰਾ ਸਰੀਰ ਤੱਕ ਹੀ ਸੀਮਤ ਹੈ। ਤੇ ਬਹੁਤੇ ਸਾਧਕ ਜਿਹੜੇ ਹਨ ਉਹ ਸਰੀਰ ਦੇ ਨਾਲ ਹੀ ਜੁੜੇ ਰਹਿੰਦੇ ਹਨ, ਸਾਧਨਾ ਦੁਆਰਾ ਵੀ। ਹੁਣ ਜਿਵੇਂ ਕੋਈ ਸ਼ਬਦ ਦਾ ਅਭਿਆਸ ਕਰਦਾ ਹੈ ਤੇ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਉਹ ਬਾਹਰੋਂ ਤੇ ਟੁੱਟ ਜਾਂਦਾ ਹੈ, ਸੰਸਾਰ ਵਿੱਚ ਟੁੱਟਣਾ ਵੀ ਹੈ। ਅਭਿਆਸ ਦਾ ਲਾਭ ਵੀ ਇਹੋ ਹੀ ਹੈ ਵੀ ਬਾਹਰੋਂ ਸੰਸਾਰ ਵਿੱਚੋਂ ਸੁਰਤ ਨੂੰ ਹਟਾਉਣਾ ਹੈ, ਸ਼ਬਦ ਦੇ ਵਿੱਚ ਜੋੜਨਾ ਹੈ। ਪਰ ਸ਼ਬਦ ਦੁਆਰਾ ਉਹ ਸਰੀਰ ਦੇ ਨਾਲ ਜੁੜ ਜਾਂਦਾ ਹੈ, ਕਿਉਂਕਿ ਸਰੀਰ ਦੁਆਰਾ ਸ਼ਬਦ ਦਾ ਜਾਪ ਹੋ ਰਿਹਾ, ਸਰੀਰ ਦੁਆਰਾ ਸੁਣਿਆ ਜਾ ਰਿਹਾ। ਅਗਰ ਕੋਈ ਪ੍ਰਕਾਸ਼ ਵੀ ਦੇਖ ਰਿਹਾ ਉਹ ਵੀ ਸਰੀਰ ਦੁਆਰਾ ਹੀ ਦੇਖ ਰਿਹਾ ਹੈ, ਧੁਨ ਸੁਣ ਰਿਹਾ ਹੈ ਉਹ ਵੀ ਸਰੀਰ ਦੁਆਰਾ ਹੀ ਸੁਣ ਰਿਹਾ ਹੈ। ਇਹੋ ਹੀ ਤਾਂ ਮੈਂ ਕਹਿੰਦਾ ਹਾਂ ਵੀ ਸ਼ਬਦ ਤੋਂ ਵੀ ਪਾਰ ਜਾਣਾ ਹੈ, ਧੁਨ ਤੋਂ ਵੀ ਪਾਰ ਜਾਣਾ ਹੈ, ਤਾਂ ਹੀ ਤੁਸੀਂ ਸਰੀਰ ਤੋਂ ਪਾਰ ਜਾਓਗੇ ਨਾ।
ਤੇ ਬਹੁਤੇ ਸਾਧਕ ਜਿਹੜੇ ਹਨ ਫਿਰ ਧਿਆਨ ਜ਼ਿਆਦਾ ਲਾ ਲੈਂਦੇ ਹਨ, ਫਿਰ ਸਰੀਰ ਦੇ ਵਿੱਚ ਕਸ਼ਟ ਹੁੰਦਾ ਹੈ, ਕਈਆਂ ਦਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਸੇ ਨੂੰ ਹੋਰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਰੀਰ ਦੁਬਾਰਾ ਜ਼ੋਰ ਲਾ ਰਿਹਾ ਹੈ। ਤੇ ਸਰੀਰ ਤੇ ਹੀ ਧਿਆਨ ਜ਼ਿਆਦਾਤਰ ਸਾਧਕਾਂ ਦਾ ਅਟਕ ਰਿਹਾ ਹੈ, ਪਰ ਉੱਠਣਾ ਹੈ ਸਰੀਰ ਤੋਂ ਉੱਪਰ। ਇਉਂ ਸਮਝ ਲਵੋ ਤੁਸੀਂ, ਪਹਿਲਾਂ ਤਾਂ ਸੰਸਾਰ ਦੇ ਸਾਖੀ ਹੋਣਾ ਹੈ, ਫਿਰ ਸਰੀਰ ਦੇ ਸਾਖੀ ਹੋਣਾ ਹੈ, ਫਿਰ ਮਨ ਦੇ ਸਾਖੀ ਹੋਣਾ ਹੈ। ਪਹਿਲਾਂ ਤਾਂ ਸੰਸਾਰ ਦੇ ਸਾਖੀ ਹੋਣਾ, ਵੀ ਸੰਸਾਰ ਨੂੰ ਸਿਰਫ ਦੇਖਣਾ ਹੈ, ਜਿਵੇਂ ਕੋਈ ਦ੍ਰਿਸ਼ ਦੇਖ ਰਿਹਾ ਹੈ, ਤੇ ਦ੍ਰਿਸ਼ ਦੇ ਨਾਲ ਨਹੀਂ ਜੁੜਨਾ। ਦ੍ਰਿਸ਼ ਨੂੰ ਆਪਣਾ ਨਹੀਂ ਕਹਿਣਾ ਹੈ, ਪਰਾਇਆ ਨਹੀਂ ਕਹਿਣਾ ਹੈ, ਚੰਗਾ ਨਹੀਂ ਕਹਿਣਾ ਹੈ, ਮਾੜਾ ਨਹੀਂ ਕਹਿਣਾ। ਤਾਂ ਹੀ ਤੁਸੀਂ ਦ੍ਰਿਸ਼ ਦੇ ਸਾਖੀ ਹੋ ਪਾਓਗੇ। ਪਹਿਲਾਂ ਤਾਂ ਦ੍ਰਿਸ਼ਟਾ ਹੋਊਗੀ, ਸਾਖੀ ਤੋਂ ਉਸ ਤੋਂ ਬਾਅਦ ਹੋਊਗੀ। ਪਰ ਦ੍ਰਿਸ਼ ਦੇ ਦ੍ਰਿਸ਼ਟਾ ਵੀ ਤਾਂ ਹੀ ਹੋਊਗੇ ਜੇ ਤੁਸੀਂ ਉਹਦੇ ਵਿੱਚ ਭਿੰਨ ਭੇਤ ਨਾ ਕਰੋਗੇ। ਜੇ ਤੁਸੀਂ ਆਪਣਾ ਕਹਿ ਦਿੰਦੇ ਹੋ ਉਹਦੇ ਨਾਲ ਜੁੜ ਜਾਂਦੇ ਹੋ, ਪਰਾਇਆ ਕਹਿ ਦਿੰਦੇ ਹੋ ਤਾਂ ਵੀ ਜੁੜ ਜਾਂਦੇ ਹੋ, ਚੰਗਾ ਕਹਿੰਦੇ ਹੋ ਤਾਂ ਵੀ ਜੁੜ ਜਾਂਦੇ ਹੋ, ਮਾੜਾ ਕਹਿੰਦੇ ਹੋ ਤਾਂ ਵੀ ਜੁੜ ਜਾਂਦੇ ਹੋ। ਤੇ ਜਿਹੜੇ ਜਾਣਦੇ ਹਨ ਉਹ ਕਹਿੰਦੇ ਹਨ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਤੁਝ ਬਿਨ ਕੋਈ ਨਾ। ਐਸਾ ਨਹੀਂ ਹੈ ਬੁਰਾ ਭਲਾ ਨਹੀਂ ਹੈ ਬਾਹਰ। ਭਾਵ ਇਹ ਹੈ ਵੀ ਅਗਰ ਤੁਸੀਂ ਹਟਣਾ ਹੈ, ਸੰਸਾਰ ਦੇ ਪ੍ਰਭਾਵ ਤੋਂ ਮੁਕਤ ਹੋਣਾ ਹੈ, ਦ੍ਰਿਸ਼ਟਾ ਹੋਣਾ ਹੈ, ਤੇ ਤੁਹਾਨੂੰ ਇਹ ਖਿਆਲ ਵਿੱਚ ਰੱਖਣਾ ਪਵੇਗਾ ਵੀ ਬੁਰਾ ਭਲਾ ਕਿਸੇ ਨੂੰ ਕਹਿਣਾ, ਚੰਗਾ ਮਾੜਾ ਕੋਈ ਨਹੀਂ ਹੈ, ਸੁੰਦਰ ਅਸੁੰਦਰ ਵੀ ਕੋਈ ਨਹੀਂ ਹੈ। ਇਹ ਵੀ ਸਿਰਫ ਮਾਨਸਿਕ ਖਿਆਲ ਹੀ ਹੈ ਵੀ ਇਹ ਸੁੰਦਰ ਹੈ, ਇਹ ਅਸੁੰਦਰ ਹੈ। ਇਹ ਵੀ ਮਨੁੱਖ ਦੀ ਬੁੱਧੀ ਹੀ ਕਰ ਰਹੀ ਹੈ ਸਭ ਕੁਛ। ਪਸ਼ੂ ਪੰਛੀਆਂ ਨੂੰ ਕੋਈ ਸੁੰਦਰ ਅਸੁੰਦਰ ਥੋੜ੍ਹੀ ਹੁੰਦਾ ਹੈ। ਤੇ ਇਹ ਵੀ ਵਿਚਾਰ ਹੀ, ਇਹ ਵੀ ਖਿਆਲ ਹੀ ਹੈ। ਤੇ ਜਿਹੜਾ ਫਿਰ ਇਸ ਢੰਗ ਦੇ ਨਾਲ ਖਿਆਲ ਰੱਖਦਾ ਹੈ ਵੀ ਇੱਥੇ ਕੋਈ ਅਸੁੰਦਰ ਅਸੁੰਦਰ ਨਹੀਂ ਹੈ, ਚੰਗਾ ਮਾੜਾ ਨਹੀਂ ਹੈ, ਆਪਣਾ ਪਰਾਇਆ ਨਹੀਂ ਹੈ, ਬੁਰਾ ਭਲਾ ਨਹੀਂ ਹੈ, ਉਹ ਧੀਰੇ ਧੀਰੇ ਬਾਹਰ ਤੋਂ ਮੁਕਤ ਹੁੰਦਾ ਹੈ। ਫਿਰ ਸਰੀਰ ਦੇ ਦ੍ਰਿਸ਼ਟਾ ਹੋਣਾ ਹੈ, ਸਰੀਰ ਨੂੰ ਵੀ ਦੇਖਣਾ ਹੈ ਵੀ ਸਰੀਰ ਵੀ ਵੈਸੇ ਹੀ ਦ੍ਰਿਸ਼ ਹੈ ਜੈਸੇ ਬਾਹਰ ਦ੍ਰਿਸ਼ ਹੈ। ਸਰੀਰ ਵੀ ਤੁਹਾਨੂੰ ਦਿਖ ਰਿਹਾ ਹੈ ਬਾਹਰੋਂ, ਅੰਦਰੋਂ ਵੀ ਦੇਖ ਸਕਦੇ ਹੋ ਤੁਸੀਂ। ਤੇ ਸਰੀਰ ਵੀ ਦ੍ਰਿਸ਼ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਨਾ। ਇਸੇ ਕਰਕੇ ਮਿਥਿਆ ਕਿਹਾ ਹੈ ਨਾ, ਇਹ ਮਰ ਜਾਂਦਾ ਹੈ, ਮਰ ਹੀ ਜਾਂਦਾ ਹੈ, ਅੱਗ ਦੇ ਵਿੱਚ ਸੜਦਾ ਵੀ ਹੈ। ਝੂਠ ਹੈ ਤਾਂ ਹੀ ਨਾ ਮਰ ਰਿਹਾ ਹੈ ਫਿਰ ਹਰ ਦਮ। ਐਸਾ ਨਹੀਂ ਇੱਕਦਮ ਮਰ ਜਾਂਦਾ ਹੈ, ਹੁਣ ਵੀ ਮਰ ਰਿਹਾ ਹੈ ਪਲ ਪਲ ਦੇ ਵਿੱਚ। ਜਿਵੇਂ ਸੰਸਾਰ ਮਰ ਰਿਹਾ ਹੈ ਤੇ ਸਰੀਰ ਮਰ ਰਿਹਾ ਹੈ, ਸਭ ਕੁਛ ਮਰ ਰਿਹਾ ਹੈ, ਮੌਤ ਵੱਲ ਨੂੰ ਜਾ ਰਿਹਾ ਹੈ। ਛਿਨ ਛਿਨ ਆਉਦ ਬਿਹਾਤ ਹੈ, ਫੂਟੇ ਕਟ ਜਿਉ ਪਾਣੀ। ਸਰੀਰ ਜਾ ਰਿਹਾ ਹੈ ਵਾਪਸ ਆਪਣੇ ਸਰੋਤ ਵੱਲ ਜਿੱਥੋਂ ਪੈਦਾ ਹੋਇਆ ਸੀ। ਤੇ ਸਰੀਰ ਤੋਂ ਵੀ ਨਿਰਲੇਪ ਹੋਣਾ ਹੈ। ਤੇ ਸਰੀਰ ਤੋਂ ਨਿਰਲੇਪ ਹੋਣ ਵਾਸਤੇ ਫਿਰ ਸ਼ਬਦ ਤੋਂ ਉੱਪਰ ਉੱਠਣਾ ਹੈ, ਧੁਨ ਤੋਂ ਵੀ ਉੱਪਰ ਉੱਠਣਾ ਹੈ, ਸੁਣ ਵੱਲ ਨੂੰ ਜਾਣਾ ਹੈ, ਖਿਆਲ ਰੱਖਣਾ ਹੈ ਵੀ ਮੈਂ ਸਰੀਰ ਨਹੀਂ ਹਾਂ। ਤੇ ਜਦੋਂ ਵੀ ਕੋਈ ਖਿਆਲ ਆ ਗਿਆ ਤੁਹਾਨੂੰ, ਉਦੋਂ ਹੀ ਤੁਸੀਂ ਸਰੀਰ ਨਾਲ ਜੁੜ ਜਾਂਦੇ ਹੋ। ਇਹ ਗੱਲ ਵੀ ਸਮਝਣ ਯੋਗ ਹੈ। ਬਹੁਤੇ ਸਾਧਕ ਇਸ ਪੱਖ ਦੇ ਵਿੱਚ
ਸੋਚਦੇ ਹਨ ਵੀ ਅਸੀਂ ਜਦੋਂ ਅਨੁਭਵ ਕਰਦੇ ਹਾਂ ਕੋਈ ਵੀ, ਤੇ ਇਹ ਅਨੁਭਵ ਸਾਡਾ ਹੈ ਜਾਂ ਸਰੀਰ ਦਾ ਹੈ। ਅਨੁਭਵ ਸਾਰੇ ਹੀ ਸਰੀਰ ਦੇ ਹਨ ਜਾਂ ਮਨ ਦੇ ਹਨ। ਜਦੋਂ ਤੁਸੀਂ ਕੋਈ ਖਿਆਲ ਕਰਦੇ ਹੋ, ਅਗਰ ਤੁਹਾਨੂੰ ਕੋਈ ਰੋਸ਼ਨੀ ਦਿਖਦੀ ਆ, ਅਨਹਦ ਨਾਦ ਸੁਣਦਾ ਹੈ, ਕੋਈ ਹੋਰ ਅਨੁਭਵ ਹੁੰਦਾ ਹੈ, ਅਨੁਭਵ ਹਮੇਸ਼ਾ ਹੀ ਮਾਨਸਿਕ ਤਲ 'ਤੇ ਹੁੰਦੇ ਹਨ। ਅਤੇ ਜਦੋਂ ਤੁਸੀਂ ਸੋਚਦੇ ਹੋ ਉਦੋਂ ਤੁਸੀਂ ਸਰੀਰ ਨਾਲ ਜੁੜ ਜਾਂਦੇ ਹੋ, ਬੁੱਧੀ ਨਾਲ ਜੁੜ ਜਾਂਦੇ ਹੋ ਉਸ ਅਨੁਭਵ ਨੂੰ ਜਦੋਂ ਸੋਚਦੇ ਹੋ। ਅਤੇ ਜਦੋਂ ਸੋਚ ਵਿਚਾਰਨੀ ਕੋਈ ਹੋਵੇਗੀ ਤਾਂ ਉਦੋਂ ਤੁਸੀਂ ਅਨੁਭਵ ਦੇ ਵਿੱਚ ਹੋਵੋਗੇ, ਅਤੇ ਜਦੋਂ ਅਨੁਭਵ ਤੋਂ ਵੀ ਤੁਸੀਂ ਪਾਰ ਲੰਘ ਜਾਵੋਗੇ ਉਦੋਂ ਤੁਸੀਂ ਮਨ ਤੋਂ ਵੀ ਪਾਰ ਹੋ ਜਾਵੋਗੇ। ਉਦੋਂ ਤੁਸੀਂ ਖਿਆਲ ਹੀ ਨਾ ਕਰੋਗੇ, ਤੁਹਾਡੇ ਖਿਆਲ ਵਿੱਚ ਵੀ ਕੁਛ ਵੀ ਨਹੀਂ ਆਵੇਗਾ, ਕਿਉਂਕਿ ਉੱਥੇ ਕੁਛ ਵੀ ਨਹੀਂ। ਜਦੋਂ ਟੋਟਲ ਦ੍ਰਿਸ਼ਟਾ ਹੋਊਗੀ, ਸਾਕਸ਼ੀ ਹੋਊਗੀ। ਪਰਮਾਤਮਾ ਸਾਰਿਆਂ ਦਾ ਹੀ ਸਾਕਸ਼ੀ ਹੈ। ਉਹਨੂੰ ਕਿਹਾ ਹੈ ਨਾ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੇ। ਉਹ ਗਿਆਤਾ ਹੈ, ਜਾਣਨ ਵਾਲਾ ਹੈ ਅਤੇ ਦੇਖਣ ਵਾਲਾ ਹੈ। ਬੀਨਾ ਦਾ ਅਰਥ ਹੁੰਦਾ ਦੇਖਣ ਵਾਲਾ। ਉਹ ਹੈ ਸਾਰਿਆਂ ਦਾ ਦੇਖਣ ਵਾਲਾ, ਉਹ ਹੈ ਸਾਕਸ਼ੀ। ਅਤੇ ਜਿਹੜਾ ਉਹ ਸਾਕਸ਼ੀ ਦੇ ਨਾਲ ਜੁੜ ਗਿਆ ਤਾਂ ਉਹਦੀ ਤਾਂ ਫਿਰ ਮੌਤ ਹੋਣੀ ਨਹੀਂ ਹੈ, ਕਿਉਂਕਿ ਉਹ ਸਾਰਿਆਂ ਨੂੰ ਹੀ ਦੇਖਣ ਵਾਲਾ ਹੈ, ਸਾਰਿਆਂ ਤੋਂ ਨਿਰਲੇਪ ਹੈ, ਨਿਰੰਜਨ ਹੈ, ਨਿਰਾਕਾਰ ਹੈ, ਨਿਰਵੈਰ ਹੈ, ਨਿਰਭਉ ਹੈ। ਇਹ ਫਿਰ ਅਰਥ ਵੀ ਸਮਝ ਵਿੱਚ ਆ ਜਾਂਦੇ ਹਨ ਜਦੋਂ ਕੋਈ ਨਿਰਲੇਪ ਹੋ ਜਾਂਦਾ ਹੈ, ਟੋਟਲ ਨਿਰੰਜਨ ਹੋ ਜਾਂਦਾ ਹੈ। ਨਿਰੰਜਨ ਦਾ ਅਰਥ ਹੁੰਦਾ ਜਿਹਨੂੰ ਸੰਸਾਰ ਦੀ ਕਾਲਖ ਨਹੀਂ ਲੱਗ ਜਾਂਦੀ, ਕਾਲਖ ਲੱਗ ਵੀ ਨਹੀਂ ਰਹੀ। ਤੋ ਸਾਕਸ਼ੀ ਤੁਹਾਡੇ ਅੰਦਰ ਹੈ, ਉਹ ਜੁੜਦਾ ਨਹੀਂ ਹੈ ਕਿਸੇ ਚੀਜ਼ ਨਾਲ, ਸਰੀਰ ਨਾਲ ਵੀ ਨਹੀਂ ਜੁੜ ਰਿਹਾ ਹੈ ਅੰਦਰ ਹੁੰਦਾ ਹੋਇਆ। ਫਿਰ ਦੂਸਰੀ ਗੱਲ ਇੱਕ ਹੋਰ ਵੀ ਖਿਆਲ ਵਿੱਚ ਆਵੇਗੀ। ਹੁਣ ਤੁਹਾਨੂੰ ਲੱਗਦਾ ਨਾ ਸਰੀਰ ਅੰਦਰ ਤੁਸੀਂ ਹੋ, ਫਿਰ ਲੱਗੇਗਾ ਸਰੀਰ